ਬਹੁਤ ਪਹਿਲਾਂ ਇੱਕ ਕੁੜੀ ਸੀ ਹਾਈਡੀ। ਉਹਦੇ ਪੇਰੈਂਟਸ ਦੇ ਗੁਜ਼ਰਨ ਤੋਂ ਬਾਅਦ ਉਹਦੀ ਆਂਟੀ ਨੇ ਉਹਦਾ ਖਿਆਲ ਰੱਖਿਆ। ਇੱਕ ਦਿਨ ਉਹ ਹਾਈਡੀ ਨੂੰ ਲੈ ਕੇ ਉਹਦੇ ਦਾਦਾ ਜੀ ਕੋਲ ਗਏ, ਜਿਹੜੇ ਪਹਾੜਾਂ ਵਿੱਚ ਰਹਿੰਦੇ ਸੀ। ਦਾਦਾ ਜੀ ਪੂਰਾ ਚਿੜਚਿੜੇ ਸੁਭਾਅ ਦੇ ਬਜ਼ੁਰਗ ਸੀ, ਜੋ ਇਕੱਲੇ ਇੱਕ ਛੋਟੇ ਜਿਹੇ ਝੋਪੜੇ ਵਿੱਚ ਰਹਿੰਦੇ ਸੀ। ਇਹ ਪਹਿਲੀ ਵਾਰੀ ਸੀ ਕਿ ਹਾਈਡੀ ਆਪਣੇ ਦਾਦੂ ਨੂੰ ਮਿਲ ਰਹੀ ਸੀ। ਕਿਸੇ ਦੂਜੇ ਸ਼ਹਿਰ ਵਿੱਚ ਨੌਕਰੀ ਮਿਲੀ ਹੈ, ਇਹ ਕਹਿ ਕੇ ਆਂਟੀ ਹਾਈਡੀ ਨੂੰ ਦਾਦੂ ਕੋਲ ਛੱਡ ਕੇ ਚਲੀ ਗਈ। ਦਾਦੂ, ਜਿਹੜੇ ਇੰਨੇ ਸਾਲਾਂ ਤੋਂ ਇਕੱਲੇ ਸੀ, ਖੁਸ਼ ਸੀ ਕਿ ਉਹਨਾਂ ਦੀ ਪੋਤੀ ਹੁਣ ਉਹਨਾਂ ਦੇ ਨਾਲ ਹੈ, ਪਰ ਆਪਣੀ ਖੁਸ਼ੀ ਹਾਈਡੀ ਨੂੰ ਨਹੀਂ ਵਿਖਾਈ। ਉਹਨਾਂ ਨੇ ਹਾਈਡੀ ਲਈ ਸਟੋਰ ਰੂਮ ਵਿੱਚ ਇੱਕ ਪਿਆਰਾ ਜਿਹਾ ਬੈੱਡ ਲਗਾਇਆ। ਹਾਈਡੀ ਨੂੰ ਦਾਦੂ ਬੜੇ ਪਸੰਦ ਆਏ। ਇੱਥੇ ਪਹਾੜਾਂ ਵਿੱਚ ਉਹਨੂੰ ਖੁਸ਼ੀਆਂ ਮਿਲਣ ਵਾਲੀਆਂ ਸੀ। ਸਵੇਰੇ ਉੱਠਦੇ ਹੀ ਦਾਦੂ ਨੇ ਉਹਨੂੰ ਆਪਣੇ ਵੱਡੇ ਸਾਰੇ ਡੌਗੀ ਜੋਸਫ ਨਾਲ ਮਿਲਵਾਇਆ। ਹਾਈਡੀ ਨੂੰ ਜੋਸਫ ਬੜਾ ਚੰਗਾ ਲੱਗਿਆ। ਇੱਕ ਦਿਨ ਪਹਾੜਾਂ ਵਿੱਚ ਘੁੰਮਦੇ ਹੋਏ ਉਹਨੂੰ ਪੀਟਰ ਮਿਲਿਆ। ਪੀਟਰ ਸੀ ਸ਼ੈਫਰਡ, ਜਿਹੜਾ ਆਪਣੀ ਬੱਕਰੀਆਂ ਨੂੰ ਘਾਹ ਚਰਾ ਰਿਹਾ ਸੀ। ਮੈਨੂੰ ਤੂੰ ਪਹਿਲੇ ਨਹੀਂ ਦਿਸੀ ਕਦੀ ਵੀ। ਹਾਂ, ਮੈਂ ਕੱਲ ਹੀ ਆਈ ਹਾਂ, ਹੁਣ ਦਾਦੂ ਦੇ ਨਾਲ ਰਹਾਂਗੀ। ਅਗਲੇ ਦਿਨਾਂ 'ਚ ਉਹ ਨਾਲ-ਨਾਲ ਪਹਾੜਾਂ ਵਿੱਚ ਘੁੰਮਣ ਫਿਰਨ ਲੱਗੇ। ਹਾਈਡੀ ਦੀ ਲਾਈਫ ਮਜ਼ੇਦਾਰ ਹੋ ਗਈ ਸੀ। ਉਹਨੂੰ ਪੀਟਰ ਬਹੁਤ ਪਿਆਰ ਕਰਦਾ ਸੀ। ਉਹਨੇ ਉਹਨੂੰ ਸ਼ੈਫਰਡ ਬਣਨਾ ਵੀ ਸਿਖਾਇਆ। ਪੂਰਾ ਦਿਨ ਪਹਾੜਾਂ ਵਿੱਚ ਦੌੜ ਭੱਜ ਕਰਕੇ ਹਾਈਡੀ ਖੁਸ਼ ਸੀ। ਪਰ ਉਹ ਦਾਦੂ ਦੇ ਘਰ ਦੇ ਕੰਮਾਂ ਵਿੱਚ ਵੀ ਹੱਥ ਬਟਾਉਂਦੀ ਸੀ। ਆਪਣੇ ਦਾਦੂ ਦੇ ਓਵਨ 'ਚ ਬ੍ਰੈਡ ਬੇਕ ਕਰਨਾ ਉਹਦਾ ਫੇਵਰਿਟ ਕੰਮ ਸੀ। ਉਹ ਬ੍ਰੈਡ ਬਣਾ ਕੇ ਪੀਟਰ ਦੀ ਦਾਦੀ ਨੂੰ ਦਿੰਦੀ ਸੀ ਤੇ ਬਦਲੇ ਵਿੱਚ ਪੀਟਰ ਦੀ ਦਾਦੀ ਉਹਨੂੰ ਬੱਕਰੀ ਦਾ ਤਾਜ਼ਾ ਦੁੱਧ ਪਿਲਾਉਂਦੀ ਸੀ। ਇੱਕ ਦਿਨ ਗਰਮੀ ਤੋਂ ਬਾਅਦ ਸਿਆਲਾਂ ਦਾ ਮੌਸਮ ਆ ਗਿਆ। ਪੀਟਰ ਦਾ ਸਕੂਲ ਜਾਣਾ ਸ਼ੁਰੂ ਹੋ ਗਿਆ ਤੇ ਹਾਈਡੀ ਕੱਲੀ ਪੈ ਗਈ। ਇੱਕ ਦਿਨ ਅਚਾਨਕ ਹਾਈਡੀ ਦੀ ਆਂਟੀ ਉਹਨੂੰ ਵਾਪਸ ਸ਼ਹਿਰ ਲੈ ਜਾਣ ਵਾਸਤੇ ਆਈ, ਉਹਨੂੰ ਘਰ ਵਿੱਚ ਪੜ੍ਹਾਉਣ ਤੇ ਕੰਮ ਕਰਾਉਣ ਵਾਸਤੇ। ਦਾਦੂ ਨੂੰ ਇਹ ਸੁਣ ਕੇ ਬੜਾ ਬੁਰਾ ਲੱਗਿਆ ਤੇ ਉਹ ਮੰਨੇ ਨਹੀਂ। ਪਰ ਜ਼ਰਾ ਸੋਚਣ ਤੇ ਉਹਨਾਂ ਨੂੰ ਲੱਗਿਆ ਕਿ ਹਾਈਡੀ ਦੇ ਵਾਸਤੇ ਇਹ ਹੀ ਚੰਗਾ ਰਹੇਗਾ ਕਿ ਉਹ ਸ਼ਹਿਰ ਜਾ ਕੇ ਪੜ੍ਹਾਈ ਲਿਖਾਈ ਕਰੇ। ਮੈਨੂੰ ਇੱਥੋਂ ਨਹੀਂ ਜਾਣਾ, ਮੈਨੂੰ ਦਾਦੂ ਦੇ ਕੋਲ ਹੀ ਰਹਿਣਾ ਹੈ। ਆਂਟੀ ਦੇ ਇਹ ਕਹਿਣ ਕਰਕੇ ਕਿ ਉਹ ਕੁਝ ਹੀ ਦਿਨਾਂ ਬਾਅਦ ਉਹਨੂੰ ਇੱਥੇ ਵਾਪਸ ਲੈ ਆਵੇਗੀ, ਹਾਈਡੀ ਮੰਨ ਗਈ। ਟ੍ਰੇਨ ਵਿੱਚ ਲੰਬਾ ਸਫ਼ਰ ਤੈਅ ਕਰਕੇ ਉਹ ਇੱਕ ਮਹਿਲ ਵਰਗੇ ਘਰ ਵਿੱਚ ਪਹੁੰਚੇ। ਇੰਨਾ ਵੱਡਾ ਘਰ, ਮੈਂ ਕਿ ਇਸ ਘਰ 'ਚ ਰਹਿਣ ਵਾਲੀ ਹਾਂ। ਹਾਈਡੀ ਘਰ ਦੀ ਪਿਆਰੀ ਕਲਾਰਾ ਨੂੰ ਮਿਲੀ। ਕਲਾਰਾ ਤੁਰ ਨਹੀਂ ਸਕਦੀ ਸੀ ਕਿਉਂਕਿ ਉਹਦਾ ਐਕਸੀਡੈਂਟ ਹੋਇਆ ਸੀ। ਆਂਟੀ ਹਾਈਡੀ ਨੂੰ ਇੱਥੇ ਲੈ ਕੇ ਆਈ ਸੀ ਤਾਂ ਕਿ ਕਲਾਰਾ ਨੂੰ ਇੱਕ ਦੋਸਤ ਮਿਲ ਜਾਵੇ। ਇਹ ਦੋਨੋਂ ਪਰੀਆਂ ਬਹੁਤ ਜਲਦੀ ਬੈਸਟ ਫਰੈਂਡਸ ਬਣ ਗਈਆਂ। ਹਾਈਡੀ ਦੇ ਢੰਗ ਵੱਖਰੇ ਸੀ ਤੇ ਕਲਾਰਾ ਉਹਦੀ ਗਲਤੀਆਂ ਦੇ ਖੂਬ ਮਜ਼ੇ ਲੈਂਦੀ ਸੀ। ਕਲਾਰਾ ਦੀ ਦਾਦੀ ਬੜੀ ਡਾਢੀ ਸੀ। ਕਲਾਰਾ ਦੀ ਦਾਦੀ ਹਾਈਡੀ ਨੂੰ ਬਹੁਤ ਕੁਝ ਸਿਖਾ ਰਹੀ ਸੀ, ਜਿਵੇਂ ਢੰਗ ਨਾਲ ਬੈਠਣਾ, ਉੱਠਣਾ ਤੇ ਕਾਂਟੇ ਛੁਰੀ ਨਾਲ ਖਾਣਾ ਖਾਣਾ। ਹੁਣ ਹਾਈਡੀ ਕੱਪੜੇ ਵੀ ਸ਼ਹਿਰ ਵਾਲਿਆਂ ਵਰਗੀ ਪਾਉਣ ਲੱਗ ਪਈ ਸੀ, ਪਰ ਉਹਦੇ ਵਿੱਚ ਆਰਾਮ ਨਹੀਂ ਮਿਲ ਰਿਹਾ ਸੀ ਉਹਨੂੰ। ਕਲਾਰਾ ਵੀ ਹਾਈਡੀ ਨੂੰ ਪੜ੍ਹਨਾ ਲਿਖਣਾ ਸਿਖਾ ਰਹੀ ਸੀ। ਹਾਈਡੀ ਨੂੰ ਕਲਾਰਾ ਦੇ ਨਾਲ ਰਹਿਣਾ ਚੰਗਾ ਤੇ ਲੱਗ ਰਿਹਾ ਸੀ, ਪਰ ਉਹਨੂੰ ਪਹਾੜਾਂ ਤੇ ਦਾਦੂ ਦੀ ਬਹੁਤ ਯਾਦ ਆਉਂਦੀ ਸੀ। ਐਨੀ ਯਾਦ ਕਿ ਉਹਨੂੰ ਖਾਣਾ ਵੀ ਨਹੀਂ ਚੰਗਾ ਲੱਗਦਾ ਸੀ। ਕਲਾਰਾ ਦੀ ਦਾਦੀ ਤੇ ਪਾਪਾ ਨੂੰ ਹਾਈਡੀ ਦੇ ਦੁੱਖ ਦਾ ਅਹਿਸਾਸ ਹੋਇਆ। ਉਹਨਾਂ ਨੇ ਫੈਸਲਾ ਕੀਤਾ ਉਹਨੂੰ ਵਾਪਸ ਉਹਦੇ ਦਾਦੂ ਕੋਲ ਭੇਜਣ ਦਾ। ਕਲਾਰਾ ਉਦਾਸ ਹੋ ਗਈ ਕਿਉਂਕਿ ਹਾਈਡੀ ਜਾਣ ਵਾਲੀ ਸੀ। ਪਿਆਰ ਉਹਨੂੰ ਕਹਿੰਦੇ ਨੇ ਜਦੋਂ ਤੁਸੀਂ ਕਿਸੇ ਦੀ ਖੁਸ਼ੀ ਚਾਹੁੰਦੇ ਹੋ, ਕਿਸੇ ਵੀ ਕੀਮਤ ਤੇ ਵਕਤ ਆ ਗਿਆ ਗੁੱਡ ਬਾਏ ਕਹਿਣ ਦਾ। ਹਾਈਡੀ ਦੀ ਆਂਟੀ ਨੇ ਕਿਹਾ ਕਿ ਕਲਾਰਾ ਉਹਨੂੰ ਮਿਲਣ ਅਗਲੇ ਸਾਲ ਪਹਾੜਾਂ ਵਿੱਚ ਆਵੇਗੀ। ਪਹਾੜਾਂ ਵਿੱਚ ਆਂਦੇ ਹੀ ਜਿਵੇਂ ਉਹਨੂੰ ਜ਼ਿੰਦਗੀ ਵਾਪਸ ਮਿਲ ਗਈ।
ਉਹ ਰਸਤੇ ਵਿੱਚ ਪੀਟਰ ਦੇ ਘਰ ਗਈ ਤੇ ਉਹਦੀ ਦਾਦੀ ਨੂੰ ਕਲਾਰਾ ਦਾ ਦਿੱਤਾ ਹੋਇਆ ਬ੍ਰੈਡ ਦਿੱਤਾ। ਆਪਣਾ ਸ਼ਹਿਰ ਵਾਲਾ ਡਰੈਸ ਉੱਥੇ ਛੱਡ ਕੇ ਉਹ ਭੱਜ ਕੇ ਦਾਦੂ ਨੂੰ ਮਿਲਣ ਗਈ ਤੇ ਉਹਨਾਂ ਨੂੰ ਹੁੱਟ ਕੇ ਜੱਫੇ ਪਾ ਲਏ। ਹਾਈਡੀ ਦੀ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ ਜਦੋਂ ਉਹਨੂੰ ਇੱਕ ਚਿੱਠੀ ਮਿਲੀ ਕਿ ਕਲਾਰਾ ਉਹਨੂੰ ਮਿਲਣ ਆ ਰਹੀ ਹੈ। ਕਲਾਰਾ ਨੂੰ ਪਹਾੜ ਤੇ ਪੀਟਰ ਦੋਨੋਂ ਪਸੰਦ ਆਏ, ਪਰ ਪੀਟਰ ਜਰਾ ਅਨਮਨਾ ਜਿਹਾ ਸੀ ਕਿਉਂਕਿ ਉਹਨੂੰ ਲੱਗ ਰਿਹਾ ਸੀ ਕਿ ਕਲਾਰਾ ਹਾਈਡੀ ਨੂੰ ਆਪਣੇ ਨਾਲ ਫੇਰ ਸ਼ਹਿਰ ਲੈ ਜਾਵੇਗੀ। ਇਹ ਤਿੰਨੋਂ ਮਿਲ ਕੇ ਬਹੁਤ ਮौज ਮਸਤੀ ਕਰ ਰਹੇ ਸੀ। ਪਹਾੜਾਂ ਦੀ ਤਾਜ਼ੀ ਹਵਾ, ਫਲ, ਸਬਜ਼ੀ ਕਲਾਰਾ ਦੀ ਸਿਹਤ ਵਾਸਤੇ ਬਹੁਤ ਚੰਗੇ ਸੀ। ਪਰ ਪੀਟਰ ਨੂੰ ਕਲਾਰਾ ਨਾਲ ਜਲਨ ਹੋਣ ਲੱਗੀ ਕਿਉਂਕਿ ਉਹ ਹਾਈਡੀ ਦੀ ਬੈਸਟ ਫਰੈਂਡ ਸੀ। ਪੀਟਰ ਨੂੰ ਕਲਾਰਾ ਨੂੰ ਵੀਲਚੇਅਰ ਤੇ ਬਿਠਾਣਾ ਤੇ ਘੁਮਾਣਾ ਵੀ ਨਹੀਂ ਪਸੰਦ ਸੀ। ਇੱਕ ਦਿਨ ਉਹਨੇ ਕਲਾਰਾ ਦੀ ਵੀਲਚੇਅਰ ਨੂੰ ਪਹਾੜ ਤੋਂ ਥੱਲੇ ਸੁੱਟ ਦਿੱਤਾ। ਉਹਨੂੰ ਲੱਗਿਆ ਕਿ ਸਾਰੀਆਂ ਪ੍ਰੋਬਲਮਸ ਸੋਲਵ ਹੋ ਜਾਣਗੀਆਂ। ਤਾਜ਼ੀ ਹਵਾ ਦੇ ਸਹਾਰੇ ਤੇ ਬਿਨਾਂ ਵੀਲਚੇਅਰ ਤੋਂ ਕਲਾਰਾ ਵਿੱਚ ਕਾਫੀ ਤਾਕਤ ਆ ਗਈ ਤੇ ਉਹ ਹਾਈਡੀ ਨਾਲ ਹੌਲੀ-ਹੌਲੀ ਤੁਰਨ ਲੱਗ ਪਈ ਤੇ ਫੇਰ ਆਪੇ ਬਿਨਾਂ ਕਿਸੇ ਸਹਾਰੇ ਤੁਰਨ ਲੱਗ ਪਈ। ਮੈਂ ਤੁਰ ਰਹੀ ਹਾਂ ਹਾਈਡੀ, ਇਹ ਸਭ ਤੇਰੀ ਵਜ੍ਹਾ ਨਾਲ। ਇੱਕ ਦਿਨ ਕਲਾਰਾ ਦੀ ਦਾਦੀ ਤੇ ਪਾਪਾ ਉੱਥੇ ਆਏ ਤੇ ਚੌਂਕ ਗਏ ਉਹਨੂੰ ਤੁਰਦੇ ਹੋਏ ਵੇਖ। ਉਹਨਾਂ ਨੇ ਦਾਦੂ ਤੇ ਹਾਈਡੀ ਨੂੰ ਜੀ ਭਰ ਕੇ ਥੈਂਕ ਯੂ ਕਿਹਾ। ਉਸੇ ਵੇਲੇ ਪੀਟਰ ਨੂੰ ਆਪਣੇ ਕਿੱਤੇ ਤੇ ਪਛਤਾਵਾ ਹੋਇਆ। ਉਹਨੇ ਕਲਾਰਾ ਦੀ ਵੀਲਚੇਅਰ ਨੂੰ ਸੁੱਟਣਾ ਕਬੂਲ ਕੀਤਾ। ਮੈਂ ਤੁਹਾਡੇ ਸਾਰਿਆਂ ਨਾਲ ਮਾਫੀ ਚਾਹੁੰਦਾ, ਬਹੁਤ ਗਲਤ ਕੀਤਾ ਮੈਂ। ਮਾਫ ਤਾਂ ਕਰਾਂਗੇ ਹੀ, ਹੈ ਨਾ ਕਲਾਰਾ? ਭਲੇ ਹੀ ਤੂੰ ਗਲਤ ਕੀਤਾ, ਪਰ ਉਹਦਾ ਤੁਰਨਾ ਸਭ ਤੋਂ ਬੜੀ ਖੁਸ਼ੀ ਹੈ। ਸਭ ਖੁਸ਼ੀ ਨਾਲ ਹੱਸ ਪਏ। ਕਲਾਰਾ ਤੇ ਉਸਦੇ ਪਰਿਵਾਰ ਨੇ ਅਗਲੇ ਸਾਲ ਫੇਰ ਆਉਣ ਦਾ ਵਾਅਦਾ ਕੀਤਾ ਤੇ ਉਹ ਸਾਰੇ ਨਾਲ-ਨਾਲ ਹਮੇਸ਼ਾ ਖੁਸ਼ ਰਹੇ। ਕਈ ਸਾਲ ਪਹਿਲਾਂ ਇੱਕ ਕਿੰਗਡਮ ਹੋਇਆ ਕਰਦਾ ਸੀ, ਖੁਸ਼ੀਆਂ ਨਾਲ ਭਰਿਆ ਹੋਇਆ ਇੱਕ ਕਿੰਗਡਮ। ਇਸ ਕਿੰਗਡਮ ਦੇ ਕਿੰਗ ਅਤੇ ਕੁਈਨ ਦੀ ਬਸ ਇੱਕੋ ਇੱਛਾ ਸੀ ਕਿ ਉਹਨਾਂ ਦਾ ਇੱਕ ਜਵਾਕ ਹੋਵੇ। ਕਿੰਗ ਅਤੇ ਕੁਈਨ ਦੋਨੋਂ ਬੜੇ ਦਿਆਲੂ ਸੀ, ਤਾਈਓ ਤਾਂ ਉਹਨਾਂ ਨੂੰ ਭਰੋਸਾ ਸੀ ਕਿ ਉਹਨਾਂ ਦੀ ਇਹ ਇੱਛਾ ਰੱਬ ਜ਼ਰੂਰ ਪੂਰੀ ਕਰੇਗਾ ਅਤੇ ਬਹੁਤ ਛੇਤੀ ਉਹਨਾਂ ਦੀ ਇਹ ਇੱਛਾ ਪੂਰੀ ਹੋ ਗਈ। ਉਹਨਾਂ ਦੀ ਜ਼ਿੰਦਗੀ ਵਿੱਚ ਆਈ ਇੱਕ ਪਿਆਰੀ ਧੀ। ਕੁੜੀ ਦੇ ਚਿਹਰੇ ਤੇ ਸੂਰਜ ਦੀ ਰੋਸ਼ਨੀ ਵਰਗੀ ਚਮਕ ਸੀ, ਇਸ ਕਰਕੇ ਉਹਨਾਂ ਨੇ ਉਹਦਾ ਨਾਮ ਰੱਖਿਆ ਪ੍ਰਿੰਸੈਸ ਅਰੋਰਾ, ਯਾਨੀ ਰੋਸ਼ਨੀ। ਆਪਣੀ ਖੁਸ਼ੀ ਸਾਰਿਆਂ ਨਾਲ ਵੰਡਣ ਲਈ ਉਹਨਾਂ ਨੇ ਇੱਕ ਪਾਰਟੀ ਰੱਖੀ। ਪਾਰਟੀ ਵਿੱਚ ਸਭ ਨੂੰ ਸੱਦਿਆ ਗਿਆ, ਸੁਨਹਿਰੇ ਜੰਗਲ ਵਿੱਚ ਰਹਿਣ ਵਾਲੀ ਪਰੀਆਂ ਨੂੰ ਵੀ। ਕਿੰਗ ਅਤੇ ਕੁਈਨ ਤੋਂ ਇੱਕ ਗਲਤੀ ਹੋ ਗਈ, ਉਹ ਇੱਕ ਪਰੀ ਨੂੰ ਸੱਦਣਾ ਭੁੱਲ ਗਏ। ਪੂਰੇ ਕਿੰਗਡਮ ਤੋਂ ਲੋਕੀ ਆਏ ਅਤੇ ਆਲੇ ਦੁਆਲੇ ਦੇ ਕਿੰਗਡਮ ਦੇ ਕਿੰਗਸ ਤੇ ਕੁਈਨਸ ਵੀ ਅਰੋਰਾ ਨੂੰ ਆਪਣੀ ਬਲੇਸਿੰਗਸ ਤੇ ਗਿਫਟਸ ਦੇ ਕੇ ਗਏ। ਅਤੇ ਫੇਰ ਬਾਰੀ ਆਈ 12 ਪਰੀਆਂ ਦੀ। ਉਹਨਾਂ ਨੇ ਅਰੋਰਾ ਨੂੰ ਬਹੁਤ ਐਕਸਕਲੂਸਿਵ ਗਿਫਟਸ ਦਿੱਤੇ। ਆਪਣੇ ਮੈਜਿਕ ਵਾਂਡ ਨਾਲ ਉਹਨਾਂ ਨੇ ਉਹਨੂੰ ਹਰ ਵਿਸ਼ ਪੂਰੀ ਹੋਣ ਦਾ ਗਿਫਟ ਦਿੱਤਾ। ਅਖੀਰ ਵਿੱਚ ਸਿਰਫ 3 ਪਰੀਆਂ ਬਚੀਆਂ। ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਹਮੇਸ਼ਾ ਤੈਨੂੰ ਮਿਲਣ। ਤੂੰ ਹਮੇਸ਼ਾ ਹੀ ਖੁਸ਼ ਰਹੇਂਗੀ, ਗਮ ਤੇਰੇ ਨੇੜੇ ਤੇੜੇ ਵੀ ਨਹੀਂ ਆਵੇਗਾ। ਜਿਵੇਂ ਹੀ ਆਖਰੀ ਪਰੀ ਦੀ ਬਾਰੀ ਆਈ, ਕੁਝ ਅਜੀਬ ਹੋਇਆ। ਹਰ ਪਾਸੇ ਹਰੇ ਰੰਗ ਦਾ ਧੂਆਂ ਫੈਲਣ ਲੱਗਿਆ। ਅਤੇ ਧੂਏ ਵਿੱਚੋਂ ਨਿਕਲੀ ਇੱਕ ਕਾਲੀ ਪਰੀ। ਕਿੰਗ ਨੇ ਪੁੱਛਿਆ,
ਇਹ ਕੌਣ ਹੈ ਜਿਨੇ ਸੈਲੀਬ੍ਰੇਸ਼ਨ ਨੂੰ ਰੋਕ ਦਿੱਤਾ? ਤਿੰਨਾਂ ਪਰੀਆਂ ਨੇ ਦੱਸਿਆ ਇਹ ਡਾਢੇ ਦਿਲ ਵਾਲੀ ਪਰੀ ਹੈ। ਮਹਾਰਾਜ, ਤੁਸੀਂ ਤਾਂ ਸਾਰਿਆਂ ਨੂੰ ਬੁਲਾਇਆ ਸੀ ਪਾਰਟੀ ਵਿੱਚ, ਇਸ ਕਿੰਗਡਮ ਦੇ ਇੱਕ ਬੰਦੇ ਨੂੰ ਤੇ ਬਾਹਰੋਂ ਆਪਣੇ ਦੋਸਤਾਂ ਨੂੰ ਤੇ ਇਹਨਾਂ ਪਰੀਆਂ ਨੂੰ ਵੀ, ਪਰ ਮੈਨੂੰ ਨਹੀਂ ਬੁਲਾਇਆ। ਕਿੰਗ ਨੇ ਕਾਲੀ ਪਰੀ ਤੋਂ ਮਾਫੀ ਮੰਗੀ। ਖੈਰ, ਮੈਂ ਆ ਹੀ ਗਈ ਹਾਂ ਤਾਂ ਪ੍ਰਿੰਸੈਸ ਨੂੰ ਗਿਫਟ ਦਿੱਤੇ ਬਿਨਾ ਕਿਵੇਂ ਜਾਵਾਂਗੀ? ਪ੍ਰਿੰਸੈਸ ਦੀ ਜ਼ਿੰਦਗੀ ਪਿਆਰ ਅਤੇ ਦੌਲਤ ਨਾਲ ਭਰਪੂਰ ਹੋਵੇਗੀ। ਪਰ ਆਪਣੇ 16ਵੇਂ ਜਨਮ ਦਿਨ ਤੇ ਸੂਰਜ ਡੁੱਬਣ ਤੋਂ ਪਹਿਲਾਂ ਪ੍ਰਿੰਸੈਸ ਨੂੰ ਇੱਕ ਸੂਈ ਚੁੱਭੇਗੀ ਅਤੇ ਉਹਦੀ ਮੌਤ ਹੋ ਜਾਵੇਗੀ। ਇਸ ਦੁਸ਼ਟ ਨੂੰ ਕੈਦ ਕਰ ਲਿਓ। ਕਿੰਗ ਗੁੱਸੇ ਨਾਲ ਬੋਲਿਆ, ਪਰ ਕਾਲੀ ਪਰੀ ਹੱਸਦੇ ਹੋਏ ਗਾਇਬ ਹੋ ਗਈ। ਹਲੇ ਤੱਕ ਆਖਰੀ ਪਰੀ ਨੇ ਆਪਣਾ ਗਿਫਟ ਨਹੀਂ ਦਿੱਤਾ ਸੀ। ਉਹ ਕਾਲੀ ਪਰੀ ਜਿੰਨੀ ਪਾਵਰਫੁਲ ਨਹੀਂ ਸੀ, ਪਰ ਉਹਦੀ ਬਲੇਸਿੰਗਸ ਨਾਲ ਕਾਲੀ ਪਰੀ ਦੇ ਸ਼ਰਾਪ ਦਾ ਅਸਰ ਘੱਟ ਹੋ ਸਕਦਾ ਸੀ। ਮੈਂ ਸ਼ਰਾਪ ਨੂੰ ਤਾਂ ਨਹੀਂ ਰੋਕ ਸਕਦੀ, ਪਰ ਉਹਦੇ ਅਸਰ ਨੂੰ ਹੌਲਾ ਕਰ ਸਕਦੀ ਹਾਂ। ਤੁਹਾਡੀ ਮੌਤ ਨਾ ਹੋਵੇ, ਬਲਕਿ ਤੁਸੀਂ ਇੱਕ ਡੂੰਘੀ ਨੀਂਦ ਵਿੱਚ ਚਲੀ ਜਾਵੋ ਅਤੇ ਉਦੋਂ ਉਠੋ ਜਦੋਂ ਤੁਹਾਨੂੰ ਪਿਆਰ ਕਰਨ ਵਾਲਾ ਤੁਹਾਨੂੰ ਕਿਸ ਕਰੇ। ਕਿੰਗ ਨੇ ਇਸ ਸ਼ਰਾਪ ਤੋਂ ਬਚਣ ਵਾਸਤੇ ਹੁਕਮ ਦਿੱਤਾ ਕਿ ਸੂਈ ਜਾਂ ਉਹਦੇ ਵਰਗੀ ਕੋਈ ਵੀ ਚੀਜ਼ ਨੂੰ ਖਤਮ ਕਰ ਦਿੱਤਾ ਜਾਵੇ। ਪਰੀਆਂ ਦੇ ਗਿਫਟਸ ਦੇ ਨਾਲ ਪ੍ਰਿੰਸੈਸ ਅਰੋਰਾ ਬੜੀ ਖੂਬਸੂਰਤੀ ਨਾਲ ਵੱਡੀ ਹੋ ਰਹੀ ਸੀ। ਇੱਕ ਦਿਨ ਕਿੰਗ ਨੇ ਹੁਕਮ ਦਿੱਤਾ ਤਿੰਨਾਂ ਪਰੀਆਂ ਨੂੰ ਅਰੋਰਾ ਦਾ ਖਿਆਲ ਰੱਖਣ ਵਾਸਤੇ। ਇਹ ਜ਼ਰਾ ਮੁਸ਼ਕਿਲ ਹੋ ਗਿਆ ਸੀ ਕਿਉਂਕਿ ਅਰੋਰਾ ਕਿਸੇ ਦੇ ਵੀ ਹੱਥੀ ਨਹੀਂ ਆਂਦੀ ਸੀ, ਪਰ ਉਹਨਾਂ ਦੀ ਮਦਦ ਨਾਲ ਅਰੋਰਾ ਬਹੁਤ ਸੋਹਣੀ ਮੁਟਿਆਰ ਬਣ ਚਲੀ। ਵੇਖਦੇ ਹੀ ਵੇਖਦੇ ਅਰੋਰਾ ਦਾ 16ਵਾਂ ਜਨਮ ਦਿਨ ਵੀ ਆ ਗਿਆ। ਸੂਰਜ ਦੇ ਡੁੱਬਦੇ ਹੀ ਕਾਲੀ ਪਰੀ ਦਾ ਸ਼ਰਾਪ ਸੱਚ ਹੋਣ ਵਾਲਾ ਸੀ। ਕਿੰਗ ਅਤੇ ਕੁਈਨ ਨੇ ਸਭ ਕੁਝ ਕੀਤਾ ਤਾਂ ਕਿ ਇਹ ਨਾ ਹੋਵੇ, ਪਰ ਉਹਨਾਂ ਦੇ ਬਸ ਵਿੱਚ ਸਭ ਕੁਝ ਕਿੱਥੇ ਸੀ? ਉਹਨਾਂ ਨੇ ਪ੍ਰਿੰਸੈਸ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਉਹਦੀ ਭਲਾਈ ਵਾਸਤੇ। ਅਰੋਰਾ ਨੂੰ ਇਹਦੀ ਵਜ੍ਹਾ ਨਹੀਂ ਪਤਾ ਸੀ ਅਤੇ ਉਹਨੂੰ ਬੁਰਾ ਲੱਗਿਆ। ਅਚਾਨਕ ਇੱਕ ਬੂਹਾ ਕਿਤੋਂ ਪ੍ਰਗਟ ਹੋਇਆ ਅਤੇ ਅਰੋਰਾ ਨੂੰ ਆਪਣੇ ਵੱਲ ਖਿੱਚ ਕੇ ਲੈ ਗਿਆ। ਬੂਹਾ ਖੁੱਲਿਆ ਅਤੇ ਉਹ ਆਪਣੀ ਧੁਨ ਵਿੱਚ ਉਹਦੇ ਅੰਦਰ ਨੂੰ ਤੁਰਨ ਲੱਗੀ ਅਤੇ ਉਹਨੂੰ ਦਿਸੀ ਇੱਕ ਜਨਾਨੀ ਸਿਲਾਈ ਕਰਦੀ ਹੋਈ। ਉਸੇ ਧੁਨ ਵਿੱਚ ਅਰੋਰਾ ਨੇ ਸੂਈ ਵੱਲ ਆਪਣਾ ਹੱਥ ਵਧਾਇਆ। ਸੂਰਜ ਤੇ ਡੁੱਬਦੇ ਹੀ ਕਾਲੀ ਪਰੀ ਦਾ ਸ਼ਰਾਪ ਸੱਚ ਹੋਇਆ ਅਤੇ ਅਰੋਰਾ ਦਾ ਹੱਥ ਸੂਈ ਤੇ ਜਾ ਖੁੱਭਿਆ। ਉਸੇ ਵੇਲੇ ਅਰੋਰਾ ਥੱਲੇ ਡਿੱਗ ਪਈ ਆਪਣੀ ਡੂੰਗੀ ਮਿੱਠੀ ਨੀਂਦ ਵਿੱਚ। ਕਾਲੀ ਪਰੀ ਦਾ ਸ਼ਰਾਪ ਲੱਖ ਕੋਸ਼ਿਸ਼ਾਂ ਤੋਂ ਬਾਅਦ ਵੀ ਅਖੀਰਕਾਰ ਚੱਲ ਹੀ ਗਿਆ। ਪ੍ਰਿੰਸੈਸ ਨੂੰ ਸੋਹਣੇ ਕੱਪੜੇ ਪਾ ਕੇ ਫੁੱਲਾਂ ਦੇ ਬਿਸਤਰੇ ਤੇ ਸੁਲਾਇਆ ਗਿਆ। ਉਸ ਦਿਨ ਤੋਂ ਹੀ ਅਰੋਰਾ ਨੂੰ ਸਲੀਪਿੰਗ ਬਿਊਟੀ ਕਿਹਾ ਜਾਣ ਲੱਗ ਪਿਆ। ਕਿੰਗ ਤੇ ਕੁਈਨ ਨਹੀਂ ਚਾਹੁੰਦੇ ਸੀ ਕਿ ਪ੍ਰਿੰਸੈਸ ਨੂੰ ਕੋਈ ਵੀ ਤਕਲੀਫ ਵਿੱਚੋਂ ਲੰਘੇ। ਇਸ ਕਰਕੇ ਉਹਨਾਂ ਨੇ ਸਭ ਨੂੰ ਸੁਲਾਉਣ ਦਾ ਹੁਕਮ ਦਿੱਤਾ ਜਦ ਤੱਕ ਪ੍ਰਿੰਸੈਸ ਨਾ ਜਾਗੇ। ਸੌ ਸਾਲ ਲੰਘ ਗਏ। ਇੱਕ ਦਿਨ ਇੱਕ ਹੈਂਡਸਮ ਪ੍ਰਿੰਸ ਉੱਥੋਂ ਲੰਘ ਰਿਹਾ ਸੀ ਅਤੇ ਉਹਨੇ ਇਹ ਮਹਿਲ ਵੇਖਿਆ
ਜਿਸ ਦੇ ਮੂਹਰੇ ਬਹੁਤ ਸਾਰੇ ਪੇੜ ਤੇ ਝਾੜੀਆਂ ਉੱਗ ਗਈਆਂ ਸੀ। ਸਿਪਾਹੀਆਂ ਨੇ ਉਹਨੂੰ ਇਸ ਮਹਿਲ ਅਤੇ ਸਲੀਪਿੰਗ ਬਿਊਟੀ ਦੀ ਕਹਾਣੀ ਦੱਸੀ। ਪ੍ਰਿੰਸ ਨੂੰ ਇਹ ਕਹਾਣੀ ਬੜੀ ਦਿਲਚਸਪ ਲੱਗੀ ਅਤੇ ਉਹਨੇ ਅੰਦਰ ਜਾਣ ਦਾ ਫੈਸਲਾ ਕੀਤਾ। ਝਾੜੀਆਂ ਤੇ ਕੰਡੇ ਇੰਨੇ ਜ਼ਿਆਦਾ ਸੀ ਕਿ ਪ੍ਰਿੰਸ ਨੂੰ ਉਹਨਾਂ ਨੂੰ ਕੱਟ-ਕੱਟ ਕੇ ਰਸਤਾ ਬਣਾ ਕੇ ਅੱਗੇ ਵਧਣਾ ਪਿਆ। ਅਖੀਰ ਵਿੱਚ ਉਹ ਬੂਹੇ ਤੇ ਪਹੁੰਚ ਗਿਆ। ਉਹਨੂੰ 2 ਗਾਰਡ ਸੁੱਤੇ ਹੋਏ ਮਿਲੇ। ਬੂਹਾ ਖੁੱਲਦੇ ਹੀ ਅੰਦਰ ਵੇਖ ਕੇ ਉਹਦੇ ਹੋਸ਼ ਉੱਡ ਗਏ। ਹਰ ਥਾਂ ਤੇ ਸੁੱਤੇ ਹੋਏ ਲੋਕ। ਘੁੰਮਦੇ ਫਿਰਦੇ ਉਹ ਰਾਜਾ ਦੇ ਕਮਰੇ ਵਿੱਚ ਪਹੁੰਚ ਗਿਆ। ਕਿੰਗ ਤੇ ਕੁਈਨ ਵੀ ਆਪਣੇ ਸੋਫੇ ਉੱਤੇ ਸੁੱਤੇ ਪਏ ਸੀ। ਫਿਰ ਇੱਕ ਅੱਧੇ ਖੁੱਲੇ ਬੂਹੇ ਦੇ ਅੰਦਰ ਉਹਨੂੰ ਉਹ ਦਿਸੀ ਜਿਸ ਨੂੰ ਉਹ ਲੱਭ ਰਿਹਾ ਸੀ, ਸਲੀਪਿੰਗ ਬਿਊਟੀ, ਜਿਹੜੀ ਇੱਕ ਫੁੱਲਾਂ ਦੇ ਬਿਸਤਰ ਉੱਤੇ ਡੂੰਗੀ ਮਿੱਠੀ ਨੀਂਦ ਲੈ ਰਹੀ ਸੀ। ਪ੍ਰਿੰਸ ਉਹਦੇ ਕੋਲ ਜਾ ਕੇ ਬਹਿ ਗਿਆ ਅਤੇ ਉਹਨੇ ਪ੍ਰਿੰਸੈਸ ਦੇ ਕੰਨਾਂ ਵਿੱਚ ਕਿਹਾ, ਤੇ ਤੁਸੀਂ ਹੋ ਉਹ ਸਲੀਪਿੰਗ ਬਿਊਟੀ? ਕਿੰਨੀ ਬਿਊਟੀਫੁਲ ਹੋ ਤੁਸੀਂ। ਅਤੇ ਉਹਨੇ ਉਹਨੂੰ ਮੱਥੇ ਉੱਤੇ ਕਿਸ ਕੀਤਾ ਅਤੇ ਉਸੇ ਵੇਲੇ ਪ੍ਰਿੰਸੈਸ ਨੇ ਅੱਖਾਂ ਖੋਲੀਆਂ ਅਤੇ ਆਪਣੇ ਸਾਹਮਣੇ ਇੱਕ ਹੈਂਡਸਮ ਪ੍ਰਿੰਸ ਨੂੰ ਵੇਖਿਆ। ਉਹਦੇ ਜਾਗਦੇ ਹੀ ਕੈਸਲ ਵਿੱਚ ਸਾਰੇ ਹੀ ਜਾਗ ਗਏ ਆਪਣੀ 100 ਸਾਲ ਲੰਬੀ ਨੀਂਦ ਵਿੱਚੋਂ। ਕਿੰਗ ਤੇ ਕੁਈਨ ਨੂੰ ਭਰੋਸਾ ਨਹੀਂ ਹੋਇਆ। ਉਹ ਭੱਜ ਕੇ ਪ੍ਰਿੰਸੈਸ ਦੇ ਰੂਮ ਵਿੱਚ ਗਏ। ਜਦੋਂ ਉਹਨਾਂ ਨੂੰ ਆਪਣੀ ਧੀ ਸਾਹਮਣੇ ਦਿਸੀ, ਉਹਨਾਂ ਦੀ ਖੁਸ਼ੀਆਂ ਦਾ ਠਿਕਾਣਾ ਨਹੀਂ ਰਿਹਾ। ਪ੍ਰਿੰਸ ਨੇ ਪ੍ਰਿੰਸੈਸ ਨਾਲ ਵਿਆਹ ਕਰਨ ਦਾ ਪ੍ਰਸਤਾਵ ਰੱਖਿਆ। ਪ੍ਰਿੰਸੈਸ ਖੁਸ਼ੀ-ਖੁਸ਼ੀ ਰਾਜ਼ੀ ਹੋ ਗਈ। ਕਿੰਗ ਵੀ ਇਸ ਗੱਲ ਤੋਂ ਬਹੁਤ ਖੁਸ਼ ਸੀ। ਬਹੁਤ ਹੀ ਧੂਮ-ਧਾਮ ਨਾਲ ਉਹਨਾਂ ਦਾ ਵਿਆਹ ਹੋਇਆ ਅਤੇ ਉਹ ਹਮੇਸ਼ਾ ਇੱਕ ਦੂਜੇ ਨਾਲ ਖੁਸ਼ ਰਹੇ। ਇੱਕ ਠੰਡੀ ਸਨੋਈ ਨਿਊ ਈਅਰਸ ਦੀ ਰਾਤ ਦੀ ਗੱਲ ਹੈ। ਲੋਕੀ ਆਪਣੇ ਕੋਟ, ਗਲਵਜ਼ ਅਤੇ ਸਕਾਰਫਸ ਪਾ ਕੇ ਆਣਾ ਜਾਣਾ ਕਰ ਰਹੇ ਸੀ। ਸਾਰੇ ਲੋਕੀ ਜਲਦੀ ਵਿੱਚ ਸੀ। ਕੁਝ ਲੋਕਾਂ ਨੂੰ ਘਰ ਪਹੁੰਚਣ ਦੀ ਜਲਦੀ ਸੀ ਅਤੇ ਕੁਝ ਲੋਕੀ ਨਿਊ ਈਅਰ ਸੈਲੀਬ੍ਰੇਟ ਕਰਨ ਬਾਹਰ ਜਾ ਰਹੇ ਸੀ। ਜਵਾਕ ਰਸਤੇ ਤੇ ਖੇਲ-ਕੂਦ ਕਰ ਰਹੇ ਸੀ ਤੇ ਇੱਕ ਦੂਜੇ ਉੱਤੇ ਸਨੋਬਾਲ ਸੁੱਟ ਰਹੇ ਸੀ। ਬੇਸ਼ੱਕ ਸਨੋ ਦੇ ਸਭ ਤੋਂ ਜ਼ਿਆਦਾ ਮਜ਼ੇ ਉਹੀ ਲੈ ਰਹੇ ਸੀ। ਉਹਨਾਂ ਦੇ ਹਾਸਿਆਂ ਨੇ ਮਾਹੌਲ ਵਿੱਚ ਪਿਆਰ ਭਰ ਦਿੱਤਾ ਸੀ। ਪਰ ਰਸਤੇ ਤੇ ਇੱਕ ਕੁੜੀ ਸੀ ਜਿਹੜੀ ਖੇਲਣ ਵਾਲੇ ਜਵਾਕਾਂ ਤੋਂ ਵੱਖਰੀ ਸੀ। ਇਹ ਕੁੜੀ ਬਸ ਵੇਖ ਰਹੀ ਸੀ ਬਾਕੀ ਜਵਾਕਾਂ ਨੂੰ ਖੇਲਦੇ ਹੋਏ। ਉਹਦੇ ਕੋਲ ਦੂਜਿਆਂ ਦੀ ਤਰ੍ਹਾਂ ਹੈਟ ਨਹੀਂ ਸੀ। ਠੰਡ ਤੋਂ ਬਚਾਅ ਕਰਨ ਲਈ ਵੀ ਉਹਦੇ ਲੀੜੇ ਕੱਟ ਤੇ ਫਟੇ ਹੋਏ ਸੀ ਅਤੇ ਉਹਦੀ ਚੱਪਲ ਵੀ ਉਹਦੀ ਨਹੀਂ ਸੀ, ਕਾਫੀ ਵੱਡੀ ਸੀ। ਉਹਦੇ ਹੱਥ ਵਿੱਚ ਇੱਕ ਬਾਕਸ ਸੀ। ਉਹਨੂੰ ਠੰਡ ਨਾਲ ਕੰਬਾ ਚੜ ਰਿਹਾ ਸੀ। ਉਹਨੇ ਵੇਖਿਆ ਹੀ ਨਹੀਂ ਕਿ ਇੱਕ ਕਾਰ ਉਹਦੇ ਵੱਲ ਆ ਰਹੀ ਹੈ। ਓਏ ਕੁੜੀਏ, ਰੋਡ ਦੀ ਸਾਈਡ ਤੇ ਖਲੋ ਜਾ, ਕਿਤੇ ਐਕਸੀਡੈਂਟ ਨਾ ਹੋ ਜਾਏ। ਉਹ ਕੁੜੀ ਹੱਥੋਂ ਹੱਥ ਫੁੱਟਪਾਥ ਤੇ ਭੱਜੀ। ਭੱਜਦੇ ਹੋਏ ਉਹਦੀ ਚੱਪਲ ਨਿਕਲ ਗਈ। ਜਦੋਂ ਉਹ ਫੁੱਟਪਾਥ ਤੇ ਪਹੁੰਚੀ, ਉਹਨੇ ਵੇਖਿਆ ਕਿ ਇੱਕ ਮੁੰਡਾ ਉਹਦੀ ਚੱਪਲ ਲੈ ਕੇ ਭੱਜ ਰਿਹਾ ਸੀ। ਮੇਰੀ ਚੱਪਲ, ਓਏ ਖੜ ਜਾ! ਉਹ ਚਿল্ਲਾਈ ਅਤੇ ਉਹਦੇ ਮਗਰ ਭੱਜੀ, ਪਰ ਉਹ ਮੁੰਡਾ ਛੇਤੀ-ਛੇਤੀ ਭੱਜ ਗਿਆ। ਮਜਬੂਰੀ ਵਿੱਚ ਨੰਗੇ ਪੈਰ ਤੁਰ ਕੇ ਉਹ ਇੱਕ ਬੂਹੇ ਕੋਲ ਜਾ ਕੇ ਖਲੋ ਗਈ। ਉਹਨੇ ਆਪਣਾ ਵੱਡਾ ਜਿਹਾ ਬਾਕਸ ਥੱਲੇ ਰੱਖਿਆ। ਉਹ ਮਾਚਿਸ ਦੀ ਡੱਬੀਆਂ ਨਾਲ ਭਰੇ ਹੋਏ ਬਾਕਸ ਨੂੰ ਵੇਖ ਰਹੀ ਸੀ। ਠੰਡ ਨਾਲ ਉਹਦੀਆਂ ਅੱਖਾਂ ਭਿੱਜ ਗਈਆਂ ਸੀ। ਇਹ ਸੀ ਸਾਡੀ ਲਿਟਲ ਮੈਚ ਗਰਲ। ਪਰ ਉਸ ਦਿਨ ਇੱਕ ਵੀ ਮਾਚਿਸ ਦੀ ਡੱਬੀ ਨਹੀਂ ਵੇਚ ਸਕੀ ਸੀ। ਜੇ ਉਹ ਮਾਚਿਸ ਦੀਆਂ ਕੁਝ ਡੱਬੀਆਂ ਵੇਚ ਕੇ ਕਮਾਈ ਕਰ ਲਵੇ ਤਾਂ ਘਰ ਜਾ ਕੇ ਆਪਣੀ ਮਾਂ ਦੇ ਨਾਲ ਗਰਮ ਖਾਣਾ ਖਾ ਸਕਦੀ ਸੀ। ਉਸੇ ਵੇਲੇ ਉਹ ਚੀਖ ਪਈ ਆਪਣੀ ਪਤਲੀ ਤੇ ਕੰਬਦੀ ਹੋਈ ਮਾਸੂਮ ਜਿਹੀ ਆਵਾਜ਼ ਵਿੱਚ, ਮਾਚਿਸ, ਮਾਚਿਸ, ਕੋਈ ਲੈ ਲਓ ਇੱਕ ਡੱਬੀ ਮਾਚਿਸ। ਕਿਸੇ ਨੇ ਉਹਦੇ ਵੱਲ ਮੁੜ ਕੇ ਵੀ ਨਹੀਂ ਵੇਖਿਆ ਤੇ ਉਹ ਉਸੇ ਥਾਂ ਬਹਿ ਗਈ। ਉਹਦੀਆਂ ਉਂਗਲੀਆਂ ਠੰਡ ਨਾਲ ਦਰਦ ਕਰਨ ਲੱਗ ਪਈਆਂ। ਉਹ ਤੋਂ ਹੁਣ ਹੋਰ ਦਰਦ ਸਹਿ ਨਹੀਂ ਜਾ ਰਿਹਾ ਸੀ ਅਤੇ ਕਿਸੇ ਵੀ ਤਰ੍ਹਾਂ ਪੂਰਾ ਗਰਮੀ ਚਾਹੀਦੀ ਸੀ। ਉਹਦੀਆਂ ਉਂਗਲੀਆਂ ਸੁੰਨ ਹੋ ਗਈਆਂ ਸੀ। ਬੜੀ ਮੁਸ਼ਕਿਲ ਨਾਲ ਉਹਨੇ ਮਾਚਿਸ ਦੀ ਤਿੱਲੀ ਫੜੀ। ਆਪਣੇ ਕੰਬ ਦੇ ਹੱਥਾਂ ਨਾਲ
ਉਹਨੇ ਮਾਚਿਸ ਦੀ ਤਿੱਲੀ ਕੰਧ ਨਾਲ ਜਲਾਈ ਅਤੇ ਅੱਗ ਦੇ ਚਾਨਣ ਨੇ ਉਹਨੂੰ ਖੁਸ਼ ਕਰ ਦਿੱਤਾ। ਉਸ ਵਿਚਾਰੀ ਨੇ ਤਿੱਲੀ ਨੂੰ ਦੋਨਾਂ ਹੱਥਾਂ ਵਿੱਚ ਲਿਆ। ਹੁਣ ਉਹਦੀ ਉਂਗਲੀਆਂ ਨੂੰ ਆਰਾਮ ਮਿਲਿਆ। ਅੱਗ ਨੂੰ ਵੇਖ ਕੇ ਉਹ ਸੁਪਨੇ ਵਿੱਚ ਚਲੀ ਗਈ। ਉਹਨੇ ਆਪਣੇ ਆਪ ਨੂੰ ਇੱਕ ਬਲਦੇ ਹੋਏ ਸਟੋਵ ਦੇ ਸਾਹਮਣੇ ਪਾਇਆ। ਉਹ ਇੱਕ ਵੱਡੇ ਸਾਰੇ ਸਟੋਵ ਦੇ ਸਾਹਮਣੇ ਸੋਹਣੇ ਜਿਹੇ ਕਮਰੇ ਵਿੱਚ ਬੈਠੀ ਸੀ। ਉਹਨੇ ਇੱਕ ਗਰਮ ਸਵੈਟਰ, ਫਰ ਦੇ ਬੂਟਸ ਅਤੇ ਸਿਰ ਤੇ ਗਰਮ ਟੋਪੀ ਪਾਈ ਹੋਈ ਸੀ। ਇੰਨੀ ਗਰਮੀ ਸੀ ਕਿ ਉਹਨੂੰ ਪਸੀਨਾ ਆਣ ਲੱਗਾ। ਪਰ ਅਚਾਨਕ ਮਾਚਿਸ ਦੀ ਤਿੱਲੀ ਬੁਝ ਗਈ। ਤਿੱਲੀ ਬੁਝਦੇ ਹੀ ਉਹਦਾ ਸੁਪਨਾ ਵੀ ਗਾਇਬ ਹੋ ਗਿਆ। ਉਹਦੀਆਂ ਉਂਗਲੀਆਂ ਫੇਰ ਠੰਡ ਨਾਲ ਦੁਖਣ ਲੱਗ ਪਈਆਂ ਤੇ ਉਹਨੇ ਇੱਕ ਹੋਰ ਤਿੱਲੀ ਵਾਲੀ। ਉਸੇ ਵੇਲੇ ਠੰਡੀ ਹਵਾ ਚੱਲੀ। ਉਸ ਕੁੜੀ ਨੇ ਕੰਧ ਦੇ ਸਹਾਰੇ ਉਸ ਲੋਹ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਅਤੇ ਉਹਨੇ ਹੱਥ ਨਾਲ ਲੋਹ ਨੂੰ ਓਲਾ ਵੀ ਕੀਤਾ। ਜਦੋਂ ਉਹਨੂੰ ਵੇਖ ਰਹੀ ਸੀ, ਕੰਧ ਅਚਾਨਕ ਤੋਂ ਗਾਇਬ ਹੋ ਗਈ। ਉੱਥੇ ਇੱਕ ਵੱਡਾ ਜਿਹਾ ਕਮਰਾ ਨਜ਼ਰ ਆਇਆ। ਇੱਕ ਚਿੱਟੇ ਜਿਹੇ ਕੱਪੜੇ ਨਾਲ ਢਕੇ ਹੋਏ ਟੇਬਲ ਉੱਤੇ ਹਰ ਤਰ੍ਹਾਂ ਦਾ ਖਾਣਾ ਪਿਆ ਸੀ। ਸਿਲਵਰ ਨਾਲ ਪੂਰੇ ਕਮਰੇ ਵਿੱਚ ਦਿਨ ਵਰਗਾ ਉਜਾਲਾ ਸੀ। ਉਹ ਟੇਬਲ ਨੂੰ ਵੇਖਦੀ ਰਹੀ ਅਤੇ ਵੇਖਿਆ ਕਿ ਟੇਬਲ ਦੇ ਵਿਚਕਾਰ ਇੱਕ ਬੜਾ ਸੋਹਣਾ ਜਿਹਾ ਗ੍ਰਿਲਡ ਮੀਟ ਦਾ ਟੁਕੜਾ ਪਿਆ ਹੈ। ਉਹਨੇ ਛੇਤੀ ਇੱਕ ਪੀਸ ਲਿੱਤਾ ਅਤੇ ਆਪਣੇ ਮੂੰਹ ਵਿੱਚ ਪਾ ਲਿਆ ਅਤੇ ਉਹਦੀ ਭੁੱਖ ਮੁੱਕ ਗਈ। ਉਹ ਇੱਕ ਹੋਰ ਟੋਟਾ ਲੈਣਾ ਚਾਹੁੰਦੀ ਸੀ ਮੀਟ ਦਾ। ਉਹ ਲੈਣ ਲੱਗੀ, ਪਰ ਮਾਚਿਸ ਦੀ ਤਿੱਲੀ ਜਿਹੜੀ ਉਹਦੇ ਹੱਥ ਵਿੱਚ ਸੀ ਉਹ ਬੜੀ ਛੇਤੀ ਬੁਝ ਗਈ। ਵਿਚਾਰੀ ਕੁੜੀ ਦਾ ਹੱਥ ਜਲ ਗਿਆ ਅਤੇ ਉਹਨੇ ਉਹ ਤਿੱਲੀ ਸੁੱਟ ਦਿੱਤੀ। ਜਿਵੇਂ ਹੀ ਉਹਨੇ ਤਿੱਲੀ ਸੁੱਟੀ, ਖਾਣੇ ਦੀ ਟੇਬਲ ਤੇ ਉਹ ਕਮਰਾ ਸਭ ਗਾਇਬ ਹੋ ਗਏ। ਲਿਟਲ ਮੈਚ ਗਰਲ ਨੇ ਇੱਕ ਹੋਰ ਤਿੱਲੀ ਬਾਲੀ। ਇਸ ਵਾਰੀ ਉਹਨੇ ਹੋਰ ਵੀ ਵੱਡਾ ਜਿਹਾ ਸੁਪਨਾ ਵੇਖਿਆ। ਇੱਕ ਖੂਬਸੂਰਤ ਜਿਹੀ ਜਗ੍ਹਾ ਤੇ ਵੱਡੇ ਜਿਹੇ ਚੰਨ ਨਾਲ ਉਹ ਇੱਕ ਪੇੜ ਦੇ ਥੱਲੇ ਚਿੱਟੇ ਕੱਪੜੇ ਪਾ ਕੇ ਬੈਠੀ ਸੀ। ਰਾਤ ਸੀ ਪਰ ਠੰਡ ਨਹੀਂ ਸੀ। ਉਹ ਤਾਰਿਆਂ ਨੂੰ ਵੇਖ ਕੇ ਖੁਸ਼ ਹੋ ਰਹੀ ਸੀ। ਉਹਨੇ ਕਦੀ ਵੀ ਇੰਨਾ ਸਾਫ਼ ਅਸਮਾਨ ਅਤੇ ਚਮਕਦੇ ਹੋਏ ਤਾਰੇ ਨਹੀਂ ਵੇਖੇ ਸੀ। ਫਿਰ ਅਚਾਨਕ ਉਹਨੇ ਇੱਕ ਟੁੱਟਦਾ ਹੋਇਆ ਤਾਰਾ ਵੇਖਿਆ। ਉਹਨੇ ਮਨ ਵਿੱਚ ਸੋਚਿਆ, ਇੱਕ ਹੋਰ ਸਾਡੇ ਵਰਗਾ ਉੱਡ ਚਲਿਆ ਅਸਮਾਨ ਵੱਲ। ਉਹਦੀ ਬੇਬੇ ਏਦਾਂ ਕਿਹਾ ਕਰਦੀ ਸੀ। ਠੀਕ ਉਸੇ ਵੇਲੇ ਉਹਨੇ ਆਪਣੀ ਬੇਬੇ ਨੂੰ ਉੱਥੇ ਵੇਖਿਆ। ਜਦੋਂ ਵੀ ਕੋਈ ਤਾਰਾ ਟੁੱਟਦਾ ਹੈ, ਹਮੇਸ਼ਾ ਕੋਈ ਹੋਰ ਉਹਦੀ ਥਾਂ ਲੈ ਲੈਂਦਾ ਹੈ। ਇੰਨਾ ਕਹਿ ਕੇ ਉਹਦੀ ਬੇਬੇ ਗਾਇਬ ਹੋ ਗਈ ਅਤੇ ਲਿਟਲ ਮੈਚ ਗਰਲ ਨੇ ਉਹਨੂੰ ਆਵਾਜ਼ ਦਿੱਤੀ, ਬੇਬੇ ਰੁਕੋ, ਨਾ ਜਾਓ, ਪਲੀਜ਼ ਨਾ ਜਾਓ, ਮੈਂ ਤੁਹਾਨੂੰ ਬਹੁਤ ਮਿਸ ਕੀਤਾ। ਆਪਣੀ ਬੇਬੇ ਨੂੰ ਫੇਰ ਇੱਕ ਵਾਰ ਵੇਖਣ ਲਈ ਉਹਨੇ ਇੱਕ ਹੋਰ ਮਾਚਿਸ ਦੀ ਤਿੱਲੀ ਬਾਲੀ। ਉਹ ਭੁੱਲ ਗਈ ਕਿ ਉਹ ਠੰਡ ਨਾਲ ਕਿਵੇਂ ਕੰਬ ਰਹੀ ਸੀ ਤੇ ਫੇਰ ਸੁਪਨਾ ਵੇਖਣ ਲੱਗ ਪਈ। ਹਰ ਵਾਰ ਜਦੋਂ ਉਹ ਮਾਚਿਸ ਦੀ ਤਿੱਲੀ ਬਾਲਦੀ, ਉਹਨੂੰ ਐਦਾਂ ਲੱਗਦਾ ਜਿਵੇਂ ਉਹ ਬੇਬੇ ਨੂੰ ਵੇਖ ਰਹੀ ਹੈ। ਉਹਨੇ ਇੱਕ ਹੋਰ ਤਿੱਲੀ ਬਾਲੀ। ਉਹਦੇ ਆਲੇ ਦੁਆਲੇ ਦਿਨ ਵਰਗਾ ਚਾਨਣ ਹੋ ਗਿਆ। ਉਹਨੂੰ ਆਪਣੀ ਬੇਬੇ ਬਹੁਤ ਸੋਹਣੀ ਲੱਗ ਰਹੀ ਸੀ। ਆਪਣੀ ਬੇਬੇ ਦੇ ਪਿਆਰੇ ਚਿਹਰੇ ਨੂੰ ਵੇਖ ਕੇ ਉਹ ਆਪਣੀ ਸਾਰੀਆਂ ਤਕਲੀਫਾਂ ਭੁੱਲ ਜਾਂਦੀ ਸੀ। ਇਹ ਲਮਹਾ ਕਿਤੇ ਖਤਮ ਨਾ ਹੋ ਜਾਵੇ, ਇਸ ਕਰਕੇ ਉਹਨੇ ਆਖਰੀ ਮਾਚਿਸ ਦੀ ਤਿੱਲੀ ਵੀ ਜਲਾ ਦਿੱਤੀ। ਉਹਦੀ ਬੇਬੇ ਫੇਰ ਉਹਦੇ ਸਾਹਮਣੇ ਆਈ। ਉਹਨੇ ਆਪਣੇ ਹੱਥ ਵਿੱਚ ਲਿਟਲ ਮੈਚ ਗਰਲ ਦਾ ਹੱਥ ਫੜਿਆ ਅਤੇ ਉਹ ਦੋਨੋਂ ਅਸਮਾਨ ਵਿੱਚ ਉੱਡਣ ਲੱਗ ਪਈਆਂ ਨਾਲ-ਨਾਲ। ਲਿਟਲ ਗਰਲ ਨੂੰ ਬਹੁਤ ਰਾਹਤ ਮਹਿਸੂਸ ਹੋਈ। ਹੁਣ ਨਾ ਠੰਡ ਸੀ ਨਾ ਭੁੱਖ ਸੀ। ਠੀਕ ਉਸੇ ਵੇਲੇ ਇੱਕ ਹੋਰ ਤਾਰਾ ਟੁੱਟਿਆ। ਸਵੇਰੇ ਲੋਕੀ ਜਦੋਂ ਰਸਤੇ ਤੋਂ ਲੰਘ ਰਹੇ ਸੀ, ਉਹਨਾਂ ਨੇ ਲਿਟਲ ਮੈਚ ਗਰਲ ਨੂੰ ਕੰਧ ਦੇ ਸਹਾਰੇ ਬੈਠੇ ਵੇਖਿਆ। ਉਹਦੀਆਂ ਅੱਖਾਂ ਬੰਦ ਸੀ, ਪਰ ਚਿਹਰੇ ਤੇ ਇੱਕ ਪਿਆਰੀ ਜਿਹੀ ਸਮਾਈਲ ਸੀ। ਉਹਦੇ ਆਲੇ ਦੁਆਲੇ ਬਹੁਤ ਸਾਰੀਆਂ ਜਲੀਆਂ ਹੋਈਆਂ ਤਿਲੀਆਂ ਪਈਆਂ ਸੀ। ਤਿਲੀਆਂ ਜਿਨ੍ਹਾਂ ਨੇ ਜਲ ਕੇ ਉਹਦੇ ਸੁਪਨਿਆਂ ਨੂੰ ਰੋਸ਼ਨ ਕੀਤਾ। ਐਦਾਂ ਦੇ ਸੁਪਨੇ ਜਿਨ੍ਹਾਂ ਨੂੰ ਕੋਈ ਵੀ ਨਹੀਂ ਵੇਖ ਸਕੇਗਾ।